अस्सलाम वालेकुम वरहमतुल्लाहि वबरकातुहू। उम्मीद आ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਸਰੂਫ ਹੋਵੋਗੇ। ਰਾਤੀ ਸਾਊਥ ਅਫਰੀਕਾ ਨੇ ਪਾਕਿਸਤਾਨ ਨੂੰ ਹਰਾਤਾ ਪਹਿਲੇ T20 ਮੈਚ ਦੇ ਵਿੱਚ ਰਾਵਲਪਿੰਡੀ ਦੇ ਵਿੱਚ। ਪਾਕਿਸਤਾਨ ਨੇ ਟਾਸ ਜਿੱਤ ਕੇ ਦਾਅਵਤ ਦਿੱਤੀ ਸਾਊਥ ਅਫਰੀਕਾ ਨੂੰ ਤੇ ਉਹਨਾਂ ਨੇ ਚੰਗੀ ਤਰ੍ਹਾਂ ਧੋਤਾ ਪਾਕਿਸਤਾਨ ਨੂੰ। ਪਾਕਿਸਤਾਨੀ ਬੋਲਰਾਂ ਨੂੰ ਉਹਨਾਂ ਨੇ ਸਾਊਥ ਅਫਰੀਕਾ ਨੇ 194 ਸਕੋਰ ਬਣਾਇਆ 9 ਵਿਕਟਾਂ ਦੇ ਨੁਕਸਾਨ ਤੇ। ਜਵਾਬ ਦੇ ਵਿੱਚ ਪਾਕਿਸਤਾਨੀ ਟੀਮ ਜਿਹੜੀ ਸੀ ਉਹ 18.1 ਓਵਰ ਦੇ ਵਿੱਚ ਤੇ 139 ਰਨ ਬਣਾ ਸਕੇ। ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸਕੋਰ ਸਾਇਮ ਅਯੂਬ ਨੇ 37 ਸਕੋਰ ਕੀਤਾ ਤੇ ਉਸ ਤੋਂ ਬਾਅਦ ਮੁਹੰਮਦ ਨਵਾਜ਼ ਨੇ 36 ਸਕੋਰ ਕੀਤਾ। ਤੇ ਇਹ ਜਿਹੜੀ ਮਾਡਰਨ ਡੇ ਕ੍ਰਿਕਟ ਹੈਗੀ ਆ ਇਹਦੇ ਵਿੱਚ ਖਾਸ ਤੌਰ ਤੇ T20 ਇਹਦੇ ਵਿੱਚ ਪਾਵਰ ਪਲੇ ਦਾ ਜਿਹੜਾ ਰੋਲ ਆ ਨਾ ਉਹ ਬਹੁਤ ਅਹਿਮ ਹੈਗਾ ਆ। ਜਿਹੜੀ ਟੀਮ ਪਾਵਰ ਪਲੇ ਜਿੱਤ ਲੈਂਦੀ ਹੈਗੀ ਆ ਉਹ ਮੈਚ ਵੀ ਜਿੱਤ ਲੈਂਦੀ ਹੈਗੀ ਆ। ਜਾਂ ਤਾਂ ਤੁਹਾਡੇ ਕੋਲ ਬੋਲਰ ਇੱਦਾਂ ਦੇ ਹੋਣੇ ਚਾਹੀਦੇ ਹੈਗੇ ਕਿ ਤੁਸੀਂ ਦੂਸਰੀ ਟੀਮ ਨੂੰ ਪਾਵਰ ਪਲੇ ਦੇ ਵਿੱਚ ਬਹੁਤ ਘੱਟ ਸਕੋਰ ਕਰਨ ਦਿਓ, ਜਾਂ ਤੁਹਾਡੇ ਕੋਲ ਬੈਟਸਮੈਨ ਇੱਦਾਂ ਦੇ ਹੋਣੇ ਚਾਹੀਦੇ ਹੈਗੇ ਆ ਕਿ ਜਿੰਨਾ ਉਹਨਾਂ ਨੇ ਸਕੋਰ ਬਣਾਇਆ ਤੁਹਾਡਾ ਵੀ ਸਕੋਰ ਓਨਾ ਹੀ ਹੋਣਾ ਚਾਹੀਦਾ। ਤੇ ਦੋਨੋਂ ਸੂਰਤਾਂ ਦੇ ਵਿੱਚ ਜਦੋਂ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਪਾਵਰ ਪਲੇ ਦੇ ਵਿੱਚ ਇਹਦਾ ਮਤਲਬ ਤੁਸੀਂ ਮੈਚ ਹਾਰ ਗਏ। ਤੇ ਰਾਤੀ ਵੀ ਇਦਾਂ ਹੀ ਹੋਇਆ। ਆਪਣਾ ਉਹਨਾਂ ਨੇ ਪਾਵਰ ਪਲੇ ਦੇ ਵਿੱਚ 6 ਓਵਰਾਂ ਦੇ ਵਿੱਚ ਸਾਊਥ ਅਫਰੀਕਾ ਨੇ 70 ਤੋਂ ਉੱਤੇ ਸਕੋਰ ਕੀਤਾ ਤੇ ਸਾਡਾ ਜਿਹੜਾ ਸਕੋਰ ਸੀਗਾ ਉਹ ਘੱਟ ਹੀ ਸੀਗਾ ਇਹ ਤੋਂ, ਬਲਕਿ ਵਾਹਵਾ ਹੀ ਘੱਟ ਸੀਗਾ। ਮੈਂ ਮੈਚ ਤਾਂ ਦੇਖਿਆ ਨਹੀਂ ਕਿਉਂਕਿ ਬਾਬਰ ਆਜ਼ਮ ਆਊਟ ਹੋ ਗਿਆ ਸੀ ਤੇ ਬਸ ਫਿਰ ਤੋਂ ਬਾਅਦ ਨਹੀਂ ਦੇਖਿਆ ਮੈਚ। ਤੇ ਇੱਧਰ ਤੁਸੀਂ ਦੂਸਰਾ ਦੇਖ ਲਓ ਪਾਕਿਸਤਾਨੀ ਬੋਲਰਾਂ ਦਾ ਹਾਲ। ਸ਼ਾਹੀਨ ਅਫਰੀਦੀ ਸਾਹਿਬ ਸ਼ਰਮ ਦਾ ਮੁਕਾਮ ਹੈ ਇਹਨਾਂ ਵਾਸਤੇ, ਡੁੱਬ ਮਰਨੇ ਦਾ ਮੁਕਾਮ ਹੈਗਾ ਕਿ ਇਹ ਕਿੱਦਾਂ ਦੇ ਸਟਰਾਈਕ ਬੋਲਰ ਹੈਗੇ ਆ, ਮਤਲਬ ਅਟੈਕ ਕਰਨ ਵਾਲੇ ਬੋਲਰ ਆ ਜਿਹੜੇ ਚੌਕੇ ਛੱਕੇ ਖਾਈ ਜਾਂਦੇ ਯਾਰ ਪਾਵਰ ਪਲੇ ਦੇ ਵਿੱਚ। ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਾਰਿਆ ਉਹਨਾਂ ਨੇ ਸਾਊਥ ਅਫਰੀਕਾ ਵਾਲਿਆਂ ਨੇ। ਇਹ ਜੀ ਮੇਨ ਬੋਲਰ ਆ ਜੀ ਸਾਡਾ, ਇਹਨੂੰ ਭਾਵੇਂ ਤਿੰਨਾਂ ਫਾਰਮੈਟਾਂ ਦਾ ਕਪਤਾਨ ਬਣਾ ਦੇ, ਬਲਕਿ ਹੋਰ ਵੀ 2-3 ਫਾਰਮੈਟ ਹੋਣ ਤਾਂ ਉਹਦਾ ਵੀ ਕਪਤਾਨ ਬਣਾ ਦੇ ਤੇ ਬਣ ਜਾਏਗਾ। ਤੇ ਇਹ ਪਰਫਾਰਮੈਂਸ ਬਿਲਕੁਲ ਜ਼ੀਰੋ ਹੈਗੀ ਆ। ਆਖਰ ਦੇ ਉੱਤੇ ਇਹ ਵਿਕਟ ਇੱਕ ਲੈ ਲਈ ਇਹਨੇ ਤੇ ਵਿਕਟ ਤਾਂ ਪਹਿਲੇ ਲੈਣੀ ਚਾਹੀਦੀ, ਮਤਲਬ ਤਾਂ ਆਵੇ ਕਿ ਤੂੰ ਪਹਿਲੇ ਵਿਕਟ ਲੈ ਕੇ ਦਿਖਾਵੇਂ। ਤੇ ਇਹਦੀਆਂ ਫੂਤਾਂ ਜਾਂ ਇਹਦੀਆਂ ਤੁਸੀਂ ਐਕਸ਼ਨ ਦੇਖ ਲਓ ਤੇ ਇਦਾਂ ਲੱਗਦਾ ਵੀ ਜਿੱਦਾਂ ਇਹਨੇ ਬਹੁਤ ਵੱਡਾ ਮਾਰਕਾ ਮਾਰਿਆ ਹੁੰਦਾ ਜਾਂ ਕੋਈ ਕਿਲਾ ਫਤਿਹ ਕਰਕੇ ਆਇਆ ਹੁੰਦਾ ਹੈਗਾ। ਤੇ ਇਹ ਸਾਡਾ ਮੇਨ ਸਟਰਾਈਕ ਬੋਲਰ ਹੈਗਾ ਆਪਣਾ ਸ਼ਾਹੀਨ ਅਫਰੀਦੀ ਜਿਹੜਾ। ਤੇ ਇਹਨੇ ਸਭ ਤੋਂ ਜ਼ਿਆਦਾ ਸਕੋਰ ਖਾਦਾ ਆਪਣੇ ਕੋਟੇ ਦੇ ਵਿੱਚ 4 ਓਵਰਾਂ ਦੇ ਵਿੱਚ 37-38 ਸਕੋਰ, ਇਸ ਤੋਂ ਵੀ ਜ਼ਿਆਦਾ ਹੀ ਮੇਰਾ ਖਿਆਲ 15 ਸਕੋਰ ਪਿਆ ਇਹਨੂੰ। ਤੇ ਜਦੋਂ ਤੁਸੀਂ ਤੁਹਾਡੇ ਮੇਨ ਬੋਲਰ ਜਿਹੜੇ ਆ ਉਹ ਕੁੱਟ ਖਾਂਦੇ ਹੈਗੇ ਤੇ ਬਾਕੀ ਵਾਲੇ ਜਿਹੜੇ ਬੋਲਰ ਆ ਉਹਨਾਂ ਨੇ ਫਿਰ ਕੁੱਟ ਖਾਣੀ ਖਾਣੀ ਹੈਗੀ ਆ। ਤੇ ਉਹਨਾਂ ਦੇ ਬੈਟਸਮੈਨਾਂ ਨੇ ਜਿਨ੍ਹਾਂ ਨੇ ਸਾਰਿਆਂ ਨੇ ਤਕਰੀਬਨ 200 ਦੇ ਕਰੀਬ ਸਟਰਾਈਕ ਰੇਟ ਨਾਲ ਸਕੋਰ ਬਣਾਇਆ। ਤੇ ਇਧਰ ਸਾਡਾ ਜਿਹੜਾ ਬੈਟਸਮੈਨ ਸੀਗੇ ਉਹਨਾਂ ਨੇ ਇੱਕ ਬੈਟਸਮੈਨ ਜਿਹੜਾ ਮੁਹੰਮਦ ਨਵਾਜ਼ ਸੀਗਾ ਉਹਨੇ 180 ਦੇ ਸਟਰਾਈਕ ਰੇਟ ਨਾਲ ਸਕੋਰ ਬਣਾਇਆ। ਤੇ ਤੁਸੀਂ ਹਰ ਪਾਸੇ ਨਿਕੰਮੇ ਹੋ, ਕਿਸੇ ਪਾਸੇ ਪੂਰੇ ਨਹੀਂ ਆ ਸਕਦੇ ਤੇ ਫਿਰ ਤੁਸੀਂ ਕ੍ਰਿਕਟ ਛੱਡਦੇ ਹੋ, ਇਹਦਾ ਕੀ ਫਾਇਦਾ। ਤੇ ਉਸ ਤੋਂ ਬਾਅਦ ਤੁਸੀਂ ਵਿੱਚ ਇਦਾਂ ਦੇ ਪਾਏ ਆ ਖਿਲਾੜੀ ਉਸਮਾਨ ਖਾਂ, ਹਸਨ ਨਵਾਜ਼ ਜਿਹੜਾ ਕਪਤਾਨ ਸਾਹਿਬ ਖੁਦ, ਬਾਬਰ ਆਜ਼ਮ, ਇਹ ਸਾਰੇ ਜਿਹੜੇ ਆ 6-6 7-7 ਸਕੋਰ ਕਰਕੇ ਉਹਦੀ ਉਹ ਗਏ। ਫਿਰ ਉਹ ਤੁਸੀਂ ਪਾਵਰ ਪਲੇ 'ਚ ਖੇਲਦੇ ਪਏ ਬੱਲਾ ਹੀ ਘਮਾਈ ਜਾਂਦੇ ਹੋ। ਸਾਇਮ ਅਯੂਬ ਸਾਹਿਬ 37 ਸਕੋਰ ਤਾਂ ਬਣਾ ਗਿਆ ਲੇਕਿਨ ਪਤਾ ਨਹੀਂ ਕਦੋਂ ਤੱਕ ਬਣਾਇਆ ਉਹਨੇ। ਤੇ ਉਹ ਬੱਲਾ ਹੀ ਘਮਾਏ ਗਏ, ਹਾਰ ਗਏ ਤੇ ਬੱਲਾ ਹੀ ਘਮਾਏ ਗਏ। ਇਹ ਕਿਹੜੀ ਯਾਰ ਟੈਕਨੀਕ ਹੈਗੀ ਆ ਜਦੋਂ ਬੱਲਾ ਹੀ ਘਮਾਈ ਜਾਣਾ। ਤੁਸੀਂ ਦੇਖੋ ਬੋਲਰ ਦੀ, ਤੁਸੀਂ ਲਾਈਨ ਲੈਂਥ ਦੇਖੋ, ਉਹਦੀ ਗੇਂਦ ਦੇਖੋ ਕਿੱਥੋਂ ਗੇਂਦ ਕਰ ਰਿਹਾ ਹੈਗਾ, ਉਹਦੇ ਹੱਥਾਂ ਵੱਲ ਦੇਖੋ, ਉਹਦੀ ਸਪੀਡ ਵੱਲ ਦੇਖੋ, ਠੀਕ ਆ। ਫਿਰ ਤੁਸੀਂ ਜਾ ਕੇ ਉਹ 'ਤੇ ਐਕਸ਼ਨ ਲਓ। ਹਰ ਬਾਲ ਤੇ ਬੱਲਾ ਘਮਾਈ ਜਾਣਾ ਐਵੇਂ ਉਹਦੀ ਵਜ੍ਹਾ ਤੋਂ ਜਿਹੜਾ ਉਹ ਸਾਹਿਬਜ਼ਾਦਾ ਫਰਹਾਨ ਆਊਟ ਹੋ ਕੇ ਉਹਦੀ ਹੋ ਗਿਆ, ਉਹਦੇ ਪ੍ਰੈਸ਼ਰ ਦੀ ਵਜ੍ਹਾ ਤੋਂ ਕਿ ਰਨ ਨਹੀਂ ਕਰ ਰਿਹਾ ਸੀਗਾ ਸਾਇਮ ਅਯੂਬ ਪਾਵਰ ਪਲੇ ਦੇ ਵਿੱਚ। ਉਧਰ ਸਾਡੇ ਬਾਬਰ ਆਜ਼ਮ ਸਾਹਿਬ ਪੂਰੀ ਕੌਮ ਨੇ ਜਿਹੜਾ ਸੀ ਉਹ ਧੱਕੇ ਲਾ ਕੇ ਬੋਲ ਨੂੰ ਕਿਹਾ ਵੀ ਤੁਸੀਂ ਇਹਨੂੰ ਵਿੱਚ ਰੱਖੋ ਆਪਣਾ T20 ਦੇ ਵਿੱਚ। ਤਾਂ ਕੀ ਕੀਤਾ ਬਾਬਰ ਆਜ਼ਮ ਸਾਹਿਬ ਨੇ, 80 ਤੇ ਆਊਟ ਹੋ ਕੇ ਹੋ ਗਿਆ। ਤੇ ਇਹ ਇਦਾਂ ਦੇ ਸ਼ੋਹਰਤ ਨੂੰ ਕੀ ਕਰਨਾ ਹੈਗਾ ਜਿਹੜਾ ਕੋਈ ਮੈਦਾਨ ਦੇ ਵਿੱਚ ਹੀ ਕੰਮ ਨਾ ਕਰਕੇ ਦਿਖਾਵੇ, ਜਿਹੜੀ ਸ਼ੋਹਰਤ ਜਿਹੜੀ ਹੈਗੀ ਆ।
ਤੇ ਬੜਾ ਅਫਸੋਸ ਹੋਇਆ ਦੇਖ ਕੇ, ਪੂਰੀ ਪਾਕਿਸਤਾਨੀ ਕੌਮ ਨੂੰ ਬੜਾ ਦੁੱਖ ਹੋਇਆ ਕਿ ਜਨੂਬੀ ਅਫਰੀਕਾ ਦੇ ਖਿਲਾਫ ਪਾਕਿਸਤਾਨ ਪਹਿਲਾ ਮੈਚ ਹਾਰ ਗਿਆ। ਸਾਰੇ ਕਹਿ ਰਹੇ ਸੀਗੇ ਕਿ 194 ਸਕੋਰ ਜਿਹੜਾ ਇਹ ਬੜਾ ਘੱਟ ਸਕੋਰ ਕੀਤਾ ਜਨੂਬੀ ਅਫਰੀਕਾ ਨੇ, ਇਹਨਾਂ ਨੂੰ 220-30 ਸਕੋਰ ਕਰਨਾ ਚਾਹੀਦਾ ਸੀ। ਉਹਨਾਂ ਨੂੰ ਪਤਾ ਸੀਗਾ ਇਹ ਪਾਕਿਸਤਾਨੀ ਟੀਮ ਹੈਗੀ ਹੈ, ਇਹ ਕੁਛ ਵੀ ਕਰ ਸਕਦੀ ਆ, ਤੇ ਇਹ ਹੋ ਸਕਦਾ 100 ਤੇ ਆਊਟ ਹੋ ਜਾਣੀ, 100 ਤੋਂ ਪਹਿਲੇ ਆਊਟ ਹੋ ਜਾਂਦੀ। ਬੜਾ ਦੁੱਖ ਹੋਇਆ। ਬਾਬਰ ਆਜ਼ਮ ਸਾਹਿਬ, ਤੁਸੀਂ ਛੱਡ ਦਿਓ ਕ੍ਰਿਕਟ ਆ, T20 ਜਿਹੜੀ ਆ, ਵਿਆਹ ਕਰਾਓ ਤੇ ਬੱਚੇ ਪੈਦਾ ਕਰੋ ਤੇ ਆਪਣੀ ਜ਼ਿੰਦਗੀ ਇੰਜੋਏ ਕਰੋ, ਕਿਸੇ ਹੋਰ ਨੂੰ ਮੌਕਾ ਦਿਓ। ਤੇ ਇਹ ਤੁਹਾਡੇ ਵਾਸਤੇ ਗੱਲ ਨਹੀਂ ਰਹਿ ਗਈ ਹੁਣ। ਕ੍ਰਿਕਟ ਜਿਹੜੀ ਆ ਐਵੇਂ ਆ ਕੇ ਉੱਥੇ ਜ਼ੋਰ ਲਾਈ ਜਾਣਾ ਬਿਲਾ ਵਜ੍ਹਾ, ਕੌਮ ਦਾ ਵੀ ਜ਼ੋਰ ਲਵਾਈ ਜਾਣਾ, ਹੁਣ ਬਾਬਰ ਆਜ਼ਮ ਪਰਫਾਰਮ ਕਰੇਗਾ, ਹੁਣ ਕਰੇਗਾ। ਇਹ ਤੁਹਾਡੇ ਵਾਸਤੇ ਗੱਲ ਨਹੀਂ ਰਹਿ ਗਈ, ਬਲਕਿ ਕਿਸੇ ਦੇ ਵਾਸਤੇ ਗੱਲ ਵੀ ਨਹੀਂ ਰਹਿ ਗਈ। ਪਾਕਿਸਤਾਨੀ ਟੀਮ ਦੇ ਵਿੱਚ ਐਸੇ ਖਿਲਾੜੀ ਹੈ ਹੀ ਨਹੀਂ, ਨਾ ਬੋਲਰ ਨਾ ਬੈਟਸਮੈਨ ਜਿਹੜਾ ਮੈਚ ਜਿਤਾ ਦੇਣ। ਖਾਸ ਤੌਰ 'ਤੇ ਇੱਦਾਂ ਦੀ ਕੰਡੀਸ਼ਨ ਜਦੋਂ ਪਿੱਚ ਜਿਹੜੀ ਹੈਗੀ ਆ ਉਹ ਬਿਲਕੁਲ ਸਾਥ ਨਾ ਦੇਵੇ ਤਾਂ ਪੂਰੀ ਦੁਨੀਆ ਜਿਹੜੀ ਆ ਉਹਨਾਂ ਨੇ ਕ੍ਰਿਕਟ ਜਿਹੜੀ ਆ ਉਹ ਹੋ ਗਈ ਆ ਟੈਕਨੀਕਲ, ਮਤਲਬ ਉਹ ਤਜਜ਼ੀਆ ਕਰਕੇ ਖੇਲਦੇ ਆ। ਤੇ ਸਾਡੇ ਜਿਹੜੇ ਉਹ ਟੋਲਰ ਆ ਕੇ ਇੱਕ ਮੈਚ ਚੱਲ ਜਾਣ ਤਾਂ ਅਗਲੇ 20-25 ਮੈਚਾਂ ਦੇ ਵਿੱਚ ਉਹਨਾਂ ਦੀ ਜਗ੍ਹਾ ਪੱਕੀ ਹੋ ਜਾਂਦੀ। ਬਸ ਇਹ ਡੰਗ ਟਪਾਓ ਮੁਹਿੰਮ ਹੈਗੀ ਆ, ਇੱਕ ਮੈਚ ਪਰਫਾਰਮ ਕਰ ਲਿਆ ਤੇ ਸਾਰੇ ਮੈਚਾਂ ਦੇ ਵਿੱਚ ਇਹਨਾਂ ਦਾ ਨਾਂ ਆ ਜਾਂਦਾ ਹੈਗਾ। ਤੇ ਇੱਦਾਂ ਕਿੱਥੇ ਕੌਮਾਂ ਮੈਚ ਜਿੱਤਦੀਆਂ ਹੈਗੀਆਂ, ਕ੍ਰਿਕਟ ਟੀਮਾਂ ਮੈਚ ਜਿੱਤਦੀਆਂ ਹੈਗੀਆਂ। ਫਜ਼ੂਲ ਆ ਪਾਕਿਸਤਾਨੀ ਕ੍ਰਿਕਟ ਦੇਖਣਾ ਜਿਹੜਾ, ਲੇਕਿਨ ਫਿਰ ਵੀ ਦੇਖਣੀ ਪੈਂਦੀ ਹੈਗੀ ਆ। ਬਹੁਤ ਸਾਰੇ ਲੋਕ ਜਿਹੜੇ ਉਹੀ ਇਸ ਵਾਸਤੇ ਮੈਚ ਦੇਖਦੇ ਕਿ ਸ਼ਾਇਦ ਪਾਕਿਸਤਾਨੀ ਟੀਮ ਅੱਜ ਪਰਫਾਰਮ ਕਰ ਹੀ ਦੇਵੇ, ਪਰ ਇਹਨਾਂ ਨੇ ਕਸਮ ਖਾਈ ਆ ਕਿ ਨਹੀਂ, ਇਹਨਾਂ ਨੇ ਪਰਫਾਰਮ ਨਹੀਂ ਕਰਨਾ ਹੈਗਾ।